ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਦੋਸਤੋ। ਅੱਜ ਦਾ ਟੌਪਿਕ ਬੜਾ ਇੰਪੋਰਟੈਂਟ ਹੈ। ਅੱਜ ਦੇ ਟੌਪਿਕ 'ਚ ਕੰਪਲੀਟ ਰੈਲੇਵੈਂਸੀ ਨੂੰ ਡਿਸਕਸ ਕਰਾਂਗੇ, ਕਿਉਂਕਿ IRCC ਨੇ ਵੀ ਕਿਤੇ ਨਾ ਕਿਤੇ ਆਪਣੇ ਵੈਬੀਨਾਰ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਪ੍ਰੋਫਾਈਲ ਨੇ ਵੀਜ਼ਾ ਪੋਸੀਬਿਲਿਟੀ ਉਹਨਾਂ ਦੀ ਤਾਂ ਹੀ ਵੱਧਦੀ ਹੈ ਜੇ ਉਹ ਕੰਪਲੀਟ ਰੈਲੇਵੈਂਸੀ ਕੈਰੀ ਕਰਦੇ ਹੋਣ। ਸੋ ਕੰਪਲੀਟ ਰੈਲੇਵੈਂਸੀ ਕੀ ਹੈ, ਸਟੂਡੈਂਟਸ ਨੂੰ ਕੀ ਗਲਤੀਆਂ ਲੱਗਦੀਆਂ ਨੇ, ਕਿਵੇਂ ਉਹ ਡਾਈਵਰਟ ਹੋ ਜਾਂਦੇ ਨੇ ਕੰਪਲੀਟ ਰੈਲੇਵੈਂਸੀ ਤੋਂ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਸਟੂਡੈਂਟਸ ਨੂੰ ਪਹਿਲਾਂ ਤਾਂ ਸਮਝਾਓ ਕੰਪਲੀਟ ਰੈਲੇਵੈਂਸੀ ਕੀ ਹੁੰਦੀ ਹੈ। ਫਿਰ ਦੂਸਰੇ ਪਾਰਟ ਆਫ ਵੀਡੀਓ 'ਚ ਮੈਂ ਚਾਹੂੰਗਾ ਕਿ ਤੁਸੀਂ ਦੱਸੋ ਕਿ ਕੰਪਲੀਟ ਰੈਲੇਵੈਂਸੀ ਦਾ ਜਿਹੜਾ ਸਬਜੈਕਟ ਹੈ ਇਹਦੇ ਵਿੱਚ ਸਟੂਡੈਂਟਸ ਕਾਮਨ ਗਲਤੀਆਂ ਕਿਹੜੀਆਂ ਕਰਦੇ ਨੇ। ਬਿਲਕੁਲ ਦੀਪਕ ਜੀ, ਕੈਨੇਡਾ ਨੂੰ ਲੈ ਕੇ ਜਦੋਂ ਸ਼ੁਰੂ ਤੋਂ ਵੀ ਗੱਲਬਾਤ ਕੀਤੀ ਜਾਂਦੀ ਹੈ, ਹੁਣ ਤਾਂ IRCC ਨੇ ਵੀ ਸਟ੍ਰਿਕਟ ਨੋਟਸ ਲਾਸਟ ਵੈਬੀਨਾਰਸ 'ਤੇ ਦਿੱਤੇ ਕਿ ਅਸੀਂ ਪ੍ਰੋਗਰਾਮ ਦੀ ਪ੍ਰੋਗਰੈਸ਼ਨ ਬਹੁਤ ਕਲੋਜ਼ਲੀ ਚੈੱਕ ਕਰਦੇ ਹਾਂ। ਸੋ ਰੈਲੇਵੈਂਟ ਜਿਹੜਾ ਵਰਡ ਯੂਜ਼ ਕੀਤਾ ਜਾਂਦਾ ਹੈ, ਇੱਕ ਬਹੁਤ ਆਮ ਤੌਰ ਤੇ 95% ਕੇਸਿਸ ਦੇ ਵਿੱਚ ਇਹਦੀ ਜਿਹੜੀ ਸਪੇਸ ਹੈ ਜਾਂ ਇਹਦਾ ਜੋ ਵੀ ਕਵਰੇਜ ਏਰੀਆ ਉਹ ਬਹੁਤ ਘੱਟ ਹੈ। ਉਹਨੂੰ ਸਿਰਫ ਔਰ ਸਿਰਫ ਇਸ ਹੱਦ ਤੱਕ ਦੇਖਿਆ ਜਾਂਦਾ ਹੈ, ਇੱਕ ਲਿਮਿਟ ਤੱਕ ਦੇਖਿਆ ਜਾਂਦਾ ਹੈ ਜਿਹੜਾ ਕਿ ਉਹ ਸਿਰਫ ਪ੍ਰੋਗਰਾਮ ਦੇ ਨਾਮ ਨੂੰ ਮੈਚ ਕਰ ਰਿਹਾ। ਕਮਰਸ ਵਾਲਾ ਬਿਜ਼ਨਸ 'ਚ ਜਾ ਰਿਹਾ ਹੈ, ਮੈਡੀਕਲ ਵਾਲਾ ਹੈਲਥ 'ਚ ਜਾ ਰਿਹਾ ਹੈ, ਨਾਨ ਮੈਡੀਕਲ ਵਾਲਾ IT 'ਚ ਜਾ ਰਿਹਾ ਹੈ, ਆਰਟਸ ਵਾਲਾ ਐਸੋਸੀਏਟ ਆਫ ਆਰਟਸ ਜਾਂ ਹੌਸਪਿਟੈਲਿਟੀ ਪ੍ਰੋਗਰਾਮ 'ਚ ਜਾ ਰਿਹਾ। ਦੈਟਸ ਇਟ ਕਿ ਮੈਂ ਕਮਰਸ ਕੀਤੀ ਹੈ, ਮੇਰੇ ਲਈ ਬਿਜ਼ਨਸ ਪ੍ਰੋਗਰਾਮ ਹੈ। ਨੋ, ਮੈਂ ਇਹਨੂੰ ਰੈਲੇਵੈਂਸੀ ਨਹੀਂ ਮੰਨਦਾ। ਆਈ ਡੋਂਟ ਕੰਸੀਡਰ ਇਟ ਅ ਰੈਲੇਵੈਂਸੀ। ਰੈਲੇਵੈਂਟ ਵਰਡ means something that is similar and ਉਹਦੀ ਸਿਮਿਲੈਰਿਟੀ ਕਿਹੜੇ ਐਸਪੈਕਟਸ ਤੇ ਹੈ, ਉਹਦੇ 'ਚ 4 ਇੰਪੋਰਟੈਂਟ ਪੁਆਇੰਟ ਹੈ ਜਿਹੜੇ ਮੈਂ ਕੰਸੀਡਰ ਕਰਦਾ। First is of your trade, ਜਿਹਨੂੰ ਆਪਾਂ 95% ਮੈਚ ਕਰਦੇ ਹਾਂ ਕਿ ਸੇਮ ਟ੍ਰੇਡ ਦਾ ਪ੍ਰੋਗਰਾਮ ਤੁਹਾਡੇ ਕੋਲ ਹੋਣਾ ਚਾਹੀਦਾ। ਉਹਦੇ ਵਿੱਚ ਅਪਗ੍ਰੇਡਡ ਕਿ ਪ੍ਰੋਗਰਾਮ ਸੇਮ ਹੈ, ਟ੍ਰੇਡ ਸੇਮ ਹੈ, ਸਬਜੈਕਟ ਸੇਮ ਨੇ, ਸਿਮਿਲਰ ਨੇ, ਫਿਰ ਉਹ ਅਪਗ੍ਰੇਡਡ ਹੈ, ਯਾਨੀ ਕਿ +2 ਤੋਂ ਬਾਅਦ ਡਿਪਲੋਮਾ ਹੈ ਜਾਂ ਡਿਗਰੀ ਕਰ ਰਿਹਾ, ਡਿਗਰੀ ਤੋਂ ਬਾਅਦ ਕੋਈ ਗ੍ਰੈਜੂਏਟ ਡਿਪਲੋਮਾ ਜਾਂ ਮਾਸਟਰਸ ਪ੍ਰੋਗਰਾਮ ਕਰ ਰਿਹਾ। ਥਰਡ, ਇਹਦਾ ਪਹਿਲੇ ਪੁਆਇੰਟ ਦਾ ਹੀ ਥਰਡ ਜਿਹੜਾ ਸਬ ਪੁਆਇੰਟ ਹੈ ਉਹ ਹੈ ਜੀ ਪ੍ਰੋਗਰੈਸ਼ਨ। ਪ੍ਰੋਗਰਾਮ ਵੀ ਰੈਲੇਵੈਂਟ ਲੈ ਲਿਆ, ਅਪਗ੍ਰੇਡਡ ਲੈ ਲਿਆ। ਹੁਣ ਪ੍ਰੋਗਰੈਸ਼ਨ ਕੀ ਹੈ? ਪ੍ਰੋਗਰੈਸ਼ਨ ਹੈ ਕਿ ਤੁਸੀਂ ਜੋ ਵੀ ਪ੍ਰੀਵੀਅਸ ਕੁਆਲੀਫਿਕੇਸ਼ਨ ਅਚੀਵ ਕੀਤੀ ਹੈ ਉਹਦੇ ਵਿੱਚ ਜਿਹੜੇ ਤੁਹਾਡੇ ਮੇਜਰ ਸਬਜੈਕਟ ਨੇ ਉਹਨਾਂ ਦੀ ਕੀ ਐਡਵਾਂਸਮੈਂਟ ਹੋ ਰਹੀ ਹੈ ਤੁਹਾਡੇ ਪ੍ਰਪੋਜ਼ਡ ਇੰਟੈਂਡਡ ਪ੍ਰੋਗਰਾਮ ਦੇ ਵਿੱਚ। ਦਿਸ ਇਜ਼ ਪ੍ਰੋਗਰੈਸ਼ਨ। ਸੋ ਦਿਸ ਇਜ਼ ਵਨ ਪਾਰਟ ਆਫ ਰੈਲੇਵੈਂਸੀ। ਸੈਕਿੰਡ, ਹੁਣ ਆਪਾਂ ਪ੍ਰੋਗਰਾਮ ਅਪਗ੍ਰੇਡ ਕਰ ਲਿਆ ਜੀ, ਪ੍ਰੋਗਰੈਸਿਵ ਲੈ ਲਿਆ ਜੀ, ਸਿਮਿਲਰ ਟ੍ਰੇਡ ਦਾ ਲੈ ਲਿਆ। ਨੈਕਸਟ ਰੈਲੇਵੈਂਸੀ ਪੁਆਇੰਟ ਇਜ਼ ਅਕੈਡਮਿਕ ਕ੍ਰੈਡੀਬਿਲਿਟੀ। ਕੀ ਤੁਹਾਡੇ ਲਾਸਟ ਕੁਆਲੀਫਾਈਂਗ ਐਗਜ਼ਾਮਸ ਦੇ ਜਿਹੜੀ ਅਕੈਡਮਿਕ ਕ੍ਰੈਡੀਬਿਲਿਟੀ, ਜਿਹਨੂੰ ਤੁਸੀਂ CGPA 'ਚ ਦੇਖਦੇ ਹੋ, ਜਿਹਨੂੰ ਤੁਸੀਂ ਪਰਸੈਂਟੇਜ ਦੇਖਦੇ ਹੋ, ਕੀ ਉਹ ਡਿਜ਼ਾਇਰਡ ਰਿਕੁਆਇਰਮੈਂਟ ਦੇ ਨਾਲ ਮੀਟ ਕਰ ਰਹੀ ਹੈ? ਕੱਲਾ ਪ੍ਰੋਗਰਾਮ ਸਿਮਿਲਰ ਲੈਣਾ ਇਜ਼ ਨਾਟ ਅ ਫੁਲਫਿਲਮੈਂਟ। ਸੋ ਉਹਦੀਆਂ ਅਕੈਡਮਿਕ ਰਿਕੁਆਇਰਮੈਂਟਸ ਤੁਸੀਂ ਮੀਟ ਕਰ ਰਹੇ ਹੋ। ਇਹ ਸੈਕਿੰਡ ਇੰਪੋਰਟੈਂਟ ਪੁਆਇੰਟ। ਥਰਡ ਇੰਪੋਰਟੈਂਟ ਪੁਆਇੰਟ ਹੈ ਜੀ ਇੰਗਲਿਸ਼ ਰਿਕੁਆਇਰਮੈਂਟਸ, ਕਿਉਂਕਿ ਮੋਸਟਲੀ ਆਪਾਂ ਇੱਕ ਨॉन ਇੰਗਲਿਸ਼ ਸਪੀਕਿੰਗ ਕੰਟਰੀ ਤੋਂ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਮੂਵ ਹੋ ਰਹੇ ਹਾਂ ਐਂਡ ਉਹਦੇ 'ਚ ਸਾਨੂੰ ਆਪਣੀ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਪ੍ਰੂਵ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਵਿੱਚ ਹੁਣ IELTS PT TOEFL ਵਰਗੇ ਐਗਜ਼ਾਮਸ ਹੁੰਦੇ ਨੇ। ਹੁਣ ਕੱਲਾ 6 ਓਵਰਆਲ ਨਾਟ ਲੈਸ ਦੈਨ 5.5 ਲੈ ਲੈਣਾ, 6 ਈਚ ਲੈ ਲੈਣਾ, PT ਦੇ ਸਕੋਰ 56 57 52 ਓਵਰਆਲ ਲੈ ਲੈਣੇ, TOEFL ਨੂੰ ਅਚੀਵ ਕਰ ਲੈਣਾ। ਦਿਸ ਇਜ਼ ਨਾਟ ਅ ਰੈਲੇਵੈਂਸੀ। ਰੈਲੇਵੈਂਸੀ ਇਜ਼ ਕਿ ਜਿਸ ਵੀ ਪ੍ਰੋਗਰਾਮ 'ਚ ਤੁਸੀਂ ਅਪਲਾਈ ਕਰ ਰਹੇ ਹੋ ਉਹਦੀਆਂ ਇੰਗਲਿਸ਼ ਰਿਕੁਆਇਰਮੈਂਟ ਕੀ ਹੈ। ਹੋ ਸਕਦਾ ਹੈ +2 ਤੋਂ ਬਾਅਦ ਕੋਈ ਇੱਦਾਂ ਦਾ ਪ੍ਰੋਗਰਾਮ ਵੀ ਹੋਵੇ ਜਿਹਦੀ ਇੰਗਲਿਸ਼ ਦੀ ਰਿਕੁਆਇਰਮੈਂਟ 6.5 ਨਾਟ ਲੈਸ ਦੈਨ 6 ਹੈ ਤੇ ਤੁਸੀਂ 6 ਈਚ ਲੈ ਕੇ ਉਹਦੇ 'ਚ ਅਪਲਾਈ ਕਰ ਰਹੇ ਹੋ। ਤੁਸੀਂ ਇਹ ਸੋਚ ਰਹੇ ਹੋ ਕਿ +2 ਤੋਂ ਬਾਅਦ 6 ਈਚ ਹੀ ਚਾਹੀਦੇ ਆ, ਬਟ ਪ੍ਰੋਗਰਾਮ ਦੀ ਰਿਕੁਆਇਰਮੈਂਟ ਹਾਇਰ, ਜਾਂ ਉਹਦਾ 6 ਓਵਰਆਲ ਨਾਟ ਲੈਸ ਦੈਨ 6.5 ਇਨ 1 ਮੋਡਿਊਲ ਸਪੈਸੀਫਿਕਲੀ ਰਾਈਟਿੰਗ ਹੈ। ਇੱਦਾਂ ਦੇ ਪ੍ਰੋਗਰਾਮ ਵੀ ਹੁੰਦੇ ਨੇ। ਸੋ ਦਿਸ ਇਜ਼ ਦਾ ਥਰਡ ਇੰਪੋਰਟੈਂਟ ਪਾਰਟ ਆਫ ਯੋਰ ਰੈਲੇਵੈਂਸੀ। ਫੋਰਥ ਇੰਪੋਰਟੈਂਟ ਪਾਰਟ ਇਜ਼ ਯੋਰ ਗੈਪ।
ਹੁਣ ਕੋਈ ਸਟੂਡੈਂਟ 1 ਸਾਲ ਦਾ ਗੈਪ ਦਾ ਵੀ ਹੋ ਸਕਦਾ ਹੈ, ਕੋਈ 10 ਸਾਲ ਦਾ ਵੀ ਹੋ ਸਕਦਾ ਹੈ। ਹੁਣ ਡਿਪੈਂਡ ਹੈ ਉਹ ਗੈਪ ਦੀ ਤੁਸੀਂ ਜਸਟੀਫਿਕੇਸ਼ਨ ਕਿੱਦਾਂ ਦੇ ਰਹੇ ਹੋ, ਉਸ ਬਿਹਾਫ ਦੇ ਉੱਤੇ ਤੁਸੀਂ ਆਪਣੇ ਆਪ ਦੀ ਮੋਟੀਵੇਸ਼ਨ ਕਿਸ ਤਰੀਕੇ ਨਾਲ ਡਿਸਕ੍ਰਾਈਬ ਕਰ ਰਹੇ ਹੋ ਕਿ ਮੈਂ ਵਾਪਸ ਐਜੂਕੇਸ਼ਨ 'ਚ ਕਿਉਂ ਰਿਟਰਨ ਹੋ ਰਿਹਾ, ਜਾਂ ਉਸੇ ਐਕਸਪੀਰੀਅੰਸ ਦੇ ਵਿੱਚ ਆ ਕੇ ਜਿਹੜਾ ਪ੍ਰਪੋਜ਼ਡ ਪ੍ਰੋਗਰਾਮ ਹੈ ਉਹ ਮੈਨੂੰ ਕਿੱਦਾਂ ਬੈਨੀਫਿਟ ਦੇਣ ਵਾਲਾ ਹੈ। ਇਹ ਸਾਰੇ ਇੰਪੋਰਟੈਂਟ ਪੁਆਇੰਟਸ ਨੂੰ ਜਦੋਂ ਤੁਸੀਂ ਕਵਰ ਕਰਦੇ ਹੋ, ਕੰਪਲੀਟ ਕਰਦੇ ਹੋ, ਅਚੀਵ ਕਰਦੇ ਹੋ, ਦਿਸ ਇਜ਼ ਕੰਪਲੀਟ ਰੈਲੇਵੈਂਸੀ ਜੀ। ਓਕੇ, ਸੈਕਿੰਡ ਪਾਰਟ 'ਚ ਮੈਂ ਚਾਹੂੰਗਾ, ਵੈਸੇ ਤੁਸੀਂ ਸਾਰਾ ਕੁਝ ਕਵਰ ਕਰ ਲਿਆ, ਮੇਜਰ ਕੁਝ ਗਲਤੀਆਂ ਹੁੰਦੀਆਂ ਕਈ ਵਾਰੀ ਰੈਲੇਵੈਂਸੀ ਦੇ ਮਾਮਲੇ 'ਚ, ਮੇਰਾ ਮਤਲਬ ਸਪੈਸੀਫਿਕ। ਦੇਖੋ ਜੀ, ਰੈਲੇਵੈਂਸੀ ਦੇ ਮਾਮਲੇ ਦੇ ਵਿੱਚ ਜਿਹੜੀ ਗਲਤੀ ਆਮ ਤੌਰ ਤੇ ਕਰਦੇ ਆ ਸਟੂਡੈਂਟ ਮਿਸਗਾਈਡ ਹੋ ਕੇ ਵੀ ਆਪਣਾ ਆਇਲਸ ਦਾ ਸਕੋਰ ਘੱਟ ਹੈ ਤੇ ਚਲੋ ਇਹਦੇ 'ਚ ਨਹੀਂ ਤਾਂ ਇਹਦੇ 'ਚ ਆ ਜਾਊਗਾ ਵੀਜ਼ਾ, ਇਹ ਤਾਂ 50% ਮੈਚ ਕਰਦਾ ਹੀ ਹੈ। ਸੋ ਇਹ ਜਿਹੜੀਆਂ ਗਲਤੀਆਂ ਨੇ ਉਹ ਉਹਦੇ 'ਚ ਹੁੰਦੀਆਂ ਨੇ। ਸੋ ਦੋਸਤੋ, ਰੈਲੇਵੈਂਸੀ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਸਬਜੈਕਟ ਇਸ ਕਰਕੇ ਵੀ ਹੈ ਕਿਉਂਕਿ ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਤੁਹਾਡੇ ਹੱਥ ਦੇ ਵਿੱਚ ਹੈ, ਜਿਹਦੇ ਕਰਕੇ ਰਿਫਿਊਜ਼ਲ ਆ ਸਕਦਾ ਹੈ ਪਰ ਜਿਹਨੂੰ ਅਵੋਇਡ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਸਬਜੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਸੋ ਉਮੀਦ ਹੈ ਕਿ ਜਿਹੜੀਆਂ ਜਗਪ੍ਰੀਤ ਜੀ ਨੇ ਤੁਹਾਨੂੰ ਪੁਆਇੰਟਸ ਦੱਸੇ ਨੇ ਤੁਸੀਂ ਬਹੁਤ ਧਿਆਨ ਨਾਲ ਸੁਣੇ ਹੋਣਗੇ, ਕਿਉਂਕਿ ਉਹ ਫਾਈਲ ਲਗਾਉਣ ਲੱਗੇ ਤੁਹਾਡੇ ਬਹੁਤ ਹੀ ਹੈਲਪਫੁਲ ਸਾਬਤ ਹੋ ਸਕਦੇ ਨੇ। ਚੈਨਲ ਦੇ ਵੀਡੀਓਜ਼ ਤੁਸੀਂ ਰੈਗੂਲਰਲੀ ਦੇਖਦੇ ਰਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਲੇਟੈਸਟ ਇਨਫੋਰਮੇਸ਼ਨ ਮਿਲਦੀ ਰਹੇ। ਤੁਹਾਨੂੰ ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।